ਤੇ ਮੇਰੇ ਵੱਲੋਂ ਢੇਰ ਸਾਰੀਆਂ ਦੁਆਵਾਂ, ਬਹੁਤ ਕੁਝ ਲੈ ਕੇ ਜਾ ਰਹੇ ਹਾਂ ਚੜ੍ਹਦੇ ਪੰਜਾਬ ਵੱਲ। ਜਿਵੇਂ ਕਰਮਜੀਤ ਨੇ ਕਿਹਾ ਕਿ ਅਸੀਂ ਜਲਦੀ ਉਧਰਲੇ ਪੰਜਾਬ ਦੇ ਵਿੱਚ ਇਕੱਠੇ ਹੋਈਏ, ਆਪਾਂ ਮਿਲਦੇ ਹਾਂ ਸਾਰੇ। ਰੱਬ ਰੱਖਾ। ਤੁਸੀਂ ਪਰਮਜੀਤ ਜੀ ਸਰ ਬੁਰਾ ਲੱਗਣਾ ਤਾਂ ਕਿਹੜੀ ਗੱਲ ਕਹਿਣੀ, ਪਰ ਇੱਕ ਚੀਜ਼ ਮੈਂ ਜਿਹੜੀ ਦਿਲ 'ਚ ਹੈ ਕਿ ਪੰਜਾਬੀ ਕਾਨਫਰੰਸ ਸਪੈਸ਼ਲੀ ਰੱਖਣੀ 3 ਦਿਨ ਦੀ। ਗੁਰੂ ਮਹਾਰਾਜ ਕਰੇ ਉਹ ਸਮਾਂ ਆਵੇ, ਉਹ ਵਕਤ ਆਵੇ ਕਿ ਇੱਕ ਪੰਜਾਬੀ ਹਫਤਾ ਪੂਰਾ ਆਪਾਂ ਮਨਾਈਏ, ਪੂਰਾ ਵੀਕ ਤੇ ਉਹ 'ਚ ਵੱਧ ਤੋਂ ਵੱਧ ਲੋਕ ਇਨਵੋਲਵ ਹੋਣ। ਜਿੱਦਾਂ ਤੁਹਾਡਾ ਹਾਲ ਹੈ ਉਹ ਤੋਂ ਦੁੱਗਣਾ ਤਿੱਗਣਾ 5 ਗੁਣਾ ਤੁਹਾਨੂੰ ਹਾਲ ਕਰਨਾ ਪਵੇ, ਤੇ ਫ੍ਰੀ ਐਕਸੈਸ ਹੋਵੇ, ਦੋਨੇ ਪਾਸੇ ਐਕਸਚੇਂਜ ਆਫ ਕਲਚਰ ਹੋਵੇ, ਹੈ ਨਾ ਜੀ, ਤੇ ਬੋਲੀ ਦਾ ਜਿਹੜਾ ਐਕਸਚੇਂਜ ਹੋਵੇ, ਤੇ ਵੱਧ ਤੋਂ ਵੱਧ ਪਸਾਰਾ ਹੋਵੇ, ਤੇ ਲੋਕ ਮਾਣ ਮਹਿਸੂਸ ਕਰਨ। ਸਭ ਤੋਂ ਜਿਹੜੀ ਕਮੀ ਉੱਥੇ ਆਉਂਦੀ ਹੈ ਜਦੋਂ ਬੰਦਾ ਆਪਣੀ ਕਲਚਰ ਤੇ, ਜਦੋਂ ਆਪਣੀ ਬੋਲੀ ਤੇ ਆਪਣੀ ਜ਼ੁਬਾਨ ਤੇ ਕੋਈ ਮਾਣ ਨਹੀਂ ਕਰਦਾ, ਤਾਂ ਤੇ ਅਣਖ ਤੇ ਗੈਰਤ ਹੋਣੀ ਆਪਣੀ ਬੋਲੀ ਲਈ ਬੜੀ ਜ਼ਰੂਰੀ ਹੈ, ਤੇ ਉਹ ਤੁਸੀਂ ਰੱਖੀ ਹੈ, ਤੇ ਸਾਨੂੰ ਉਸ ਗੱਲ ਦਾ ਮਾਣ ਹੈ। ਤੇ ਤੁਸੀਂ ਐਡੀਆਂ ਜੱਫੀਆਂ, ਇੰਨੇ ਪਿਆਰ, ਜਿਹੜਾ ਪੰਜਾਬੀ ਦੀ ਜੱਫੀ ਸਾਨੂੰ ਪਾਈ ਹੈ, ਤੇ ਅਸੀਂ ਉਹਨੂੰ ਕੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕਿਆ। ਸਰਕਾਰ ਤੋਂ ਜਿੰਨਾ ਹੋ ਸਕਿਆ ਕਿਸੇ ਤਰੀਕੇ ਕਹਿ ਕੇ ਕਿ ਅੰਮ੍ਰਿਤਸਰ ਜਾਂ ਲੁਧਿਆਣੇ ਜਾਂ ਜਲੰਧਰ ਕਿਤੇ ਪੰਜਾਬ 'ਚ ਇਹੋ ਜਿਹਾ ਮੌਕਾ ਉੱਥੇ ਵੀ ਮਨਾਈਏ। ਸਾਰੇ ਤੁਸੀਂ ਆਓ, ਤੇ ਗੁਰੂ ਮਹਾਰਾਜ ਸੁੱਖ ਰੱਖੇ, ਆਪਾਂ ਸਾਰੇ ਲੋਕ ਇਦਾਂ ਹੀ। ਇੱਕ ਨਾਲ ਐਡ ਕਰ ਦਿਓ, ਸਾਡੇ ਮੁੰਡੇ ਦੀ ਜਿਹੜੀ ਹੈ ਸੇਵਾ ਕੀਤੀ, ਉਹ ਤੇ ਆਉਣ ਹੀ ਲੱਗਿਆ ਸੀ। ਇਹਦੀ ਸੇਵਾ ਬਿਨਾਂ ਤਾਂ ਮਤਲਬ ਉਦਾਂ ਹੀ ਪਤਾ ਨਹੀਂ ਹਿੱਲਿਆ, ਇਹ ਹਿੱਲਣ ਦਿੰਦਾ ਵੀ ਨਹੀਂ। ਅੰਜੁਮ ਗਿੱਲ ਬਹੁਤ ਪਿਆਰਾ ਭਰਾ, ਮੇਰੇ ਹੁਣੇ ਹੰਝੂ ਆ ਗਏ ਸੀ ਇਹਨੂੰ, ਮੈਨੂੰ ਕਹਿੰਦਾ ਭਾਜੀ ਚੱਲੇ ਹੋ, ਮੈਂ ਮਤਲਬ ਇਮੋਸ਼ਨਲ ਹੋ ਗਿਆ। ਮੁਰੇ ਰੋਣ ਲੱਗੇ ਹੋ, ਖਲੋਇਓ ਲੱਗਾ। ਤੇ ਬਹੁਤ ਪਿਆਰਾ ਭਰਾ, ਹਰ ਚੀਜ਼ ਇਹਨੇ ਅਵੇਲੇਬਲ ਕੀਤੀ, ਹਰ ਥਾਂ ਜਿੱਥੇ ਅਸੀਂ ਸੋਚਿਆ ਲੈ ਕੇ ਗਿਆ, ਤੇ ਬਹੁਤ ਨਿੱਘ, ਬਹੁਤ ਪਿਆਰ। ਇਹਦੇ ਘਰੇ ਵੀ ਲੈ ਕੇ ਗਏ, ਸਾਗ ਸੁਗ ਖਵਾਇਆ, ਬੜਾ ਨਜ਼ਾਰਾ ਆਇਆ। ਜੋ ਥੈਂਕ ਯੂ, ਜਿਉਂਦਾ ਵਸਦਾ ਰਹਿ। ਤੇ ਅਸੀਂ ਇੱਕ ਸਰ ਹੋਰ ਛੋਟੀ ਚੀਜ਼, ਤੁਸੀਂ ਮੇਰੇ ਪਿਤਾ ਦੀ ਉਮਰ ਦੇ ਹੋਣਗੇ, ਸਾਡੀ ਕੋਈ ਲਗਭਗ ਸੇਮ ਉਮਰ ਹੋਗੀ। ਅਸੀਂ ਇਹ ਜ਼ਿੰਮੇਵਾਰੀ ਲੈਣੇ, ਚਾਹੇ ਆਪਣਾ 20 ਸਾਲ ਦਾ ਫਰਕ ਹੋਵੇ, ਕਿ ਥੋੜੇ ਤੋਂ ਅਗਲੀ ਪੀੜ੍ਹੀ, ਅਗਲੀ ਪਨੀਰੀ ਅਸੀਂ ਇਸ ਚੀਜ਼ ਨੂੰ ਕੈਰੀ ਕਰਾਂਗੇ। ਇਹ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਅਸੀਂ ਅਗਲੀ ਪੀੜ੍ਹੀ ਸਾਹਮਣੇ ਇਹ ਵਿਰਾਸਤ ਤੁਹਾਡੀ ਅਸੀਂ ਕੈਰੀ ਕਰਾਂਗੇ ਜੀ। ਮਹਾਰਾਜ ਤੁਹਾਡੀ ਲੰਬੀ ਉਮਰ ਕਰੇ, ਪਰ ਇਹ ਵਿਰਾਸਤ ਅਸੀਂ ਅੱਗੇ ਲੈ ਕੇ ਜਾਵਾਂਗੇ। ਅਰਜੀ ਭਾਵੁਕ ਹੋਈ ਆ, ਤੇ ਇਹਨਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਡਿੱਗਣ ਲੱਗ ਪਏ ਆ, ਤੇ ਅਸੀਂ ਨਨਕਾਣਾ ਸਾਹਿਬ ਦੀ ਮਿੱਟੀ ਲੈ ਕੇ ਚੱਲੇ ਆ ਜੀ। ਅਸੀਂ ਥੋੜੀ ਜਿਹੀ ਮਿੱਟੀ ਲੈ ਕੇ ਚੱਲੇ ਆ, ਇਹ ਵੀ ਤੁਹਾਡਾ ਧੰਨਵਾਦ। ਰੋ ਨਾ ਕੁੜੀਏ ਤੂੰ ਬੰਨ ਲੱਸ ਫਿਰ ਵੀ ਆ ਤੁਸੀਂ ਤਾਂ ਹੱਸਦੇ ਚੰਗੇ ਲੱਗਦੇ ਵਾਲੇ ਜੀ। ਕੁਝ ਚੀਜ਼ਾਂ ਮੈਨੂੰ ਲੱਗਦਾ ਤੁਹਾਡੇ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀਆਂ। ਸਭ ਤੋਂ ਵੱਡੀ ਗੱਲ ਇਹ ਕਿ ਇੱਕ ਕੁੜੀ ਹੋਣ ਦਾ ਨਾਤੇ ਮੈਂ ਇਹ ਚੀਜ਼ਾਂ ਬਿਆਨ ਕਰਨਾ ਚਾਹੁੰਦੀ ਹਾਂ ਵੀ ਜੋ ਇੱਜ਼ਤ, ਜੋ ਰਿਸਪੈਕਟ, ਜੋ ਪਿਆਰ, ਜੋ ਸਤਿਕਾਰ ਇੱਥੇ ਆ ਕੇ ਮੈਨੂੰ ਮਿਲਿਆ, ਮੈਂ ਸਦਾ ਉਹਦੀ ਰਹੀ ਰਹਾਂਗੀ। ਮੈਨੂੰ ਲੱਗਦਾ ਹੈ ਕਿ ਮੇਰਾ ਇੱਥੇ ਆਉਣਾ ਸਫਲਾ ਹੋ ਗਿਆ, ਕਿਉਂਕਿ ਮੇਰੇ ਤੋਂ ਵੱਧ ਭਾਗਾਂ ਵਾਲਾ ਕੌਣ ਹੋਊਗਾ ਕਿ ਮੈਂ ਆਪਣੇ ਬਾਪ ਦੀ ਧਰਤੀ ਵੇਖ ਚੱਲੀ ਹਾਂ, ਜਨਮ ਸਥਾਨ ਵੇਖ ਚੱਲੀ ਹਾਂ, ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਵੀ ਜਿਹਨਾਂ ਗਲੀਆਂ ਦੇ ਵਿੱਚੋਂ ਖੇਡਦੇ ਹੋਣਗੇ, ਉਹਨਾਂ ਗਲੀਆਂ ਨੂੰ ਵੇਖ ਚੱਲੀ ਹਾਂ। ਇਸ ਤੋਂ ਵੱਡੀ ਚੀਜ਼ ਮੇਰੇ ਲਈ ਕੋਈ ਨਹੀਂ ਹੋ ਸਕਦੀ। ਮੈਨੂੰ ਹਾਲੇ ਵੀ ਕੁਝ ਚੀਜ਼ਾਂ ਨਾ ਤੁਹਾਡੇ ਜ਼ਿਹਨ 'ਚ ਸਦਾ ਲਈ ਘਰ ਕਰ ਜਾਂਦੀਆਂ ਨੇ। ਜਿਸ ਵੇਲੇ ਆਰਿਫ ਲੋਹਾਰ ਹੋਰਾਂ ਨੇ ਸਟੇਜ ਦੇ ਉੱਪਰ ਮੈਨੂੰ ਚਾਦਰ ਦਿੱਤੀ, ਤਾਂ ਉਹ ਇੱਜ਼ਤ ਤੁਸੀਂ ਬਿਆਨ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਵਿੱਚ ਮੈਂ ਇੱਥੇ ਆਈ ਹਾਂ ਤਾਂ ਸਾਈਂ ਜ਼ਹੂਰ ਹੋਰੀ ਬਾਹਰ ਖੜੇ ਸੀ, ਉਹਨਾਂ ਨੇ ਆਪਣੇ ਗਲ 'ਚੋਂ ਪਰਨਾ ਲਾ ਕੇ ਤੇ ਮੇਰੇ ਗਲ 'ਚ ਪਾ ਦਿੱਤਾ। ਤੇ ਇਸ ਤੋਂ ਵੱਡੀ ਇੱਜ਼ਤ ਹੋਰ ਕੀ ਹੋ ਸਕਦੀ ਹੈ। ਅਸੀਂ ਨਨਕਾਣਾ ਸਾਹਿਬ ਗਏ ਤੇ ਉੱਥੇ ਇੱਕ ਪਰਿਵਾਰ ਸਾਨੂੰ ਮਿਲਿਆ, ਇੱਕ ਔਰਤ ਆਪਣੇ ਮਾਤਾ ਜੀ ਦੇ ਨਾਲ ਉੱਥੇ ਆਈ ਹੋਈ ਸੀ, ਜਿਹੜੇ ਕਿ ਆਪਣੇ ਪਰਿਵਾਰ ਨੂੰ ਲੱਭ ਰਹੇ ਸੀ। ਤੇ ਜਦੋਂ ਉਹਨਾਂ ਨੇ ਮੈਨੂੰ ਵੇਖਿਆ ਤੇ ਮੈਨੂੰ ਗੱਲ ਲਾ ਕੇ ਪਤਾ ਨਹੀਂ ਕਿਉਂ ਰੋਣ ਲੱਗ ਗਏ। ਹਾਲਾਂਕਿ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ, ਪਰ ਅਹਿਸਾਸਾਂ ਦਾ, ਜਜ਼ਬਾਤਾਂ ਦਾ ਰਿਸ਼ਤਾ ਸੀ, ਹੈ ਨਾ। ਤੇ ਜਦੋਂ ਉਹਨਾਂ ਨੇ ਮੈਨੂੰ ਗੱਲ ਲਾਇਆ ਤੇ ਮੈਨੂੰ ਕਹਿੰਦੇ ਮੈਂ ਤੈਨੂੰ ਕੋਈ ਨਾ ਕੋਈ ਨਿਸ਼ਾਨੀ ਜ਼ਰੂਰ ਦੇਣੀ ਹੈ। ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਮੁੰਦਰੀ ਪਾਈ ਹੋਈ ਸੀ, ਉਹਨਾਂ ਨੇ ਲਾ ਕੇ ਮੇਰੀ ਉਂਗਲ 'ਚ ਪਾ ਦਿੱਤੀ। ਫਿਰ ਅਸੀਂ ਇੱਥੇ ਜਿਸ ਦਿਨ ਆਏ ਆ ਤੇ ਇੱਥੇ ਸਾਨੂੰ ਸ਼ਮੈਲਾ, ਜੇ ਮੈਂ ਨਾਮ ਨਹੀਂ ਜੀ, ਉਹ ਇੱਥੇ ਮਿਲੇ ਤੇ ਉਹ ਮੇਰੇ ਗੱਲ ਲਾ ਕੇ ਫੁੱਟ ਕੇ ਰੋਈ। ਤੇ ਉਹਨੇ ਮੈਨੂੰ ਇੱਕੋ ਗੱਲ ਕਹੀ ਵੀ ਜਾ ਕੇ ਉਸ ਧਰਤੀ ਨੂੰ ਮੇਰਾ ਸਲਾਮ ਕਹੀ। ਇਸ ਤੋਂ ਵੱਧ ਮੈਨੂੰ ਲੱਗਦਾ ਜਜ਼ਬਾਤੀ ਗੱਲਾਂ, ਇਸ ਤੋਂ ਵੱਧ ਪਿਆਰ, ਮੁਹੱਬਤ, ਸਤਿਕਾਰ ਹੋਰ ਤੁਹਾਨੂੰ, ਠੀਕ ਹੈ, ਦੁਨੀਆ 'ਚ ਲੋਕ ਬਹੁਤ ਥਾਵਾਂ ਤੇ ਤੁਹਾਨੂੰ ਪਿਆਰ ਕਰਦੇ ਨੇ, ਰਿਸਪੈਕਟ ਦਿੰਦੇ ਨੇ, ਪਰ ਇੱਕ ਜਿਹੜੀ ਆਪਣਿਆਂ ਵਾਲੀ ਖਿੱਚ ਹੁੰਦੀ ਹੈ ਨਾ, ਵੀ ਜਿਹੜੀ ਉਹ ਧਰਤੀ ਤੁਹਾਨੂੰ ਖਿੱਚਦੀ ਹੈ, ਮੁਹੱਬਤ ਖਿੱਚਦੀ ਹੈ, ਇਹ ਸੱਚੀ ਜ਼ਮਾਨੇ ਤੋਂ ਪਰੇ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਨੂੰ ਇਹ ਲੱਗਦਾ ਵੀ ਇਹ ਤੁਹਾਡੇ ਕਰਕੇ ਹੀ ਮੈਂ ਤੁਸੀਂ ਆ ਕੇ ਸਾਨੂੰ ਮਾਣ ਦਿੱਤਾ ਹੈ, ਸਾਨੂੰ ਇਸ ਕਾਬਿਲ ਕੀਤਾ ਹੈ ਕਿ ਅਸੀਂ ਕੁਝ ਕਰ ਸਕੀਏ। ਰਾਜਾ ਸਾਹਿਬ, ਇੱਕ ਹੋਰ ਗੱਲ ਆ, ਭਾਵੇਂ ਤੁਹਾਡੇ ਕੋਲੇ 100 ਦੇਸ਼ਾਂ ਦੇ ਵੀਜ਼ੇ ਹੋਣ, ਹਰ ਥਾਂ ਦੇ ਉੱਤੇ ਤੁਸੀਂ ਕਮਾਉਂਦੇ ਕੀ ਹੋ, ਤੁਹਾਡੀ ਰਿਟਰਨ ਕੀ ਆ, ਤੁਹਾਡੀ ਟਰੈਵਲਿੰਗ ਹਿਸਟਰੀ ਕੀ ਆ, ਪਰ ਇੱਥੇ ਤਾਂ ਮਾਂ ਬੋਲੀ ਕਰਕੇ ਹੀ ਟਰੈਵਲਿੰਗ ਹੋਈ, ਮਾਂ ਬੋਲੀ ਕਰਕੇ ਹੀ। ਤੇ ਜੇ ਮੰਨ ਲਓ ਇੱਕ ਹੋਰ ਗੱਲ ਆ, ਜਦੋਂ ਅਸੀਂ ਬਾਹਰ ਜਾਂਦੇ ਆ
ਜੇ ਮੰਨ ਲਓ ਤੁਹਾਨੂੰ ਬੰਦਾ ਕਹੇ ਜੀ ਕਿ ਤੁਹਾਨੂੰ 3 ਹਫ਼ਤੇ ਲਈ ਬਣਾ ਲਈਏ, ਕਹਿੰਦਾ ਨਾ 12 ਮਿੰਟ ਦਾ ਰੱਖਿਓ, 12 ਨਹੀਂ 7 ਮਿੰਟ ਨਹੀਂ। ਅੱਜ ਸਾਨੂੰ ਇਹ ਲੱਗਦਾ ਵੀ ਸਾਡਾ ਵੀਜ਼ਾ ਜੇ 15 ਦਿਨ ਦਾ ਹੁੰਦਾ ਸੀ 15 ਦਿਨ ਲਾਉਣੇ ਸੀ, ਸਾਡਾ 7 ਦਿਨ ਦਾ ਇਸ ਕਰਕੇ 7 ਮਿੰਟ ਨਹੀਂ ਚੱਲੇ ਭਾਵੁਕ ਹੋ ਕੇ। ਜੇ ਮਹੀਨੇ ਦਾ ਹੁੰਦਾ ਮੈਂ ਦਾਅਵੇ ਨਾਲ ਕਹਿੰਦਾ ਵੀ 28 ਦਿਨ ਲਾਉਣੇ ਸੀ। ਇਹ ਤੁਹਾਡਾ ਪਿਆਰ, ਤੁਹਾਡੀ ਖਿੱਚ ਹੈ। ਅਸੀਂ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਗਲਾ ਵੀਜ਼ਾ ਤੁਹਾਡਾ ਜੇ ਵੱਧ ਨਾ ਲੱਗੇ, ਮਹੀਨੇ ਨਾ ਲੱਗੇ ਤਾਂ 15 ਦਿਨ ਦਾ ਲਾਜ਼ਮੀ ਲੱਗੇ। ਮਿਹਰਬਾਨੀ ਬਰਾ ਜੀ, ਹੁਣ ਕਿਵੇਂ ਦਾ ਲੱਗਿਆ? ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮੁਹੱਬਤਾਂ। ਤੁਸੀਂ ਜਿੰਨਾ ਸਤਿਕਾਰ, ਜਿੰਨੀਆਂ ਮੋਹ ਮੁਹੱਬਤਾਂ ਦਿੱਤੀਆਂ ਇਸ ਧਰਤੀ ਦੇ ਉੱਤੇ। ਅਸੀਂ ਸੁਣਿਆ ਕਰਦੇ ਸੀ ਇੱਥੇ ਆਉਣ ਤੋਂ ਪਹਿਲਾਂ, ਕਿਉਂਕਿ ਪਹਿਲੀ ਵਾਰ ਆਏ ਹਾਂ, ਕਿ ਜਦੋਂ ਤੁਸੀਂ ਲਾਹੌਰ ਜਾਓਗੇ ਨਾ, ਕਿਸੇ ਨੂੰ ਪੁੱਛਣਾ ਕਿ ਕਿੰਨੇ ਪੈਸੇ ਕੋਲ ਲੈ ਕੇ ਜਾਈਏ, ਕੀ ਸਮਾਨ ਲੈ ਕੇ ਜਾਈਏ, ਕਹਿੰਦੇ ਕੁਝ ਨਹੀਂ ਲੈ ਕੇ ਜਾਣਾ, ਆਪਣਾ ਆਪ ਲੈ ਕੇ ਜਾਓ। ਉਹ ਲਾਹੌਰ ਦੀ ਧਰਤੀ ਹੈ, ਤੁਹਾਨੂੰ ਲੋਕਾਂ ਨੇ ਅੱਖਾਂ 'ਚ ਚੱਕ ਲੈਣਾ, ਹੱਥਾਂ 'ਤੇ ਨਹੀਂ, ਅੱਖਾਂ 'ਚ ਚੱਕ ਲੈਣਾ। ਇਹ ਸੁਣਦੇ ਹੁੰਦੇ ਸੀ, ਸਾਨੂੰ ਬੜੀ ਸੁਣਨ 'ਚ ਹੋਰ ਤਰ੍ਹਾਂ ਲੱਗਦੀ ਸੀ ਗੱਲ, ਪਰ ਜਦੋਂ ਆਪ ਇਸ ਪਾਸੇ ਆਏ ਤਾਂ ਉਦੋਂ ਮਹਿਸੂਸ ਹੋਇਆ, ਸੱਚੀ ਲੱਗਿਆ ਕਿ ਸੱਚੀ ਇਹ ਲੋਕ ਨੇ ਸਤਿਯੁਗੀ ਲੋਕ ਨੇ। ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਚਾਰੇ ਪਾਸੇ ਨਸ ਭੱਜ ਪਈ ਹੋਈ ਹੈ, ਬੰਦਾ ਪਿੱਛੇ ਨਹੀਂ ਮੁੜ ਕੇ ਦੇਖ ਰਿਹਾ, ਅੱਗੇ ਨੱਸਿਆ ਜਾ ਰਿਹਾ, ਪਤਾ ਨਹੀਂ ਕਿਹੜੀ ਦੌੜ ਸ਼ਾਮਲ ਹੋਇਆ। ਉਹੋ ਜਿਹੀਆਂ ਦੌੜਾਂ ਵਿੱਚ ਸਭ ਤੋਂ ਕੀਮਤੀ ਚੀਜ਼ ਜਿਹੜੀ ਹੈ ਅੱਜ ਦੇ ਸਮੇਂ ਦੀ, ਉਹ ਸਾਡੇ ਕੋਲ ਸਮਾਂ ਇਨਸਾਨ ਕੋਲ ਹੈ ਨਹੀਂ। ਆਪਣੇ ਬਾਇਓਲੋਜੀਕਲ ਜਿਹੜੇ ਰਿਸ਼ਤੇ ਨੇ, ਤੁਹਾਡੇ ਘਰ ਦੇ ਰਿਸ਼ਤੇ ਨੇ, ਉਹਨਾਂ ਰਿਸ਼ਤਿਆਂ ਨੂੰ ਦੇਣ ਲਈ ਸਮਾਂ ਹੈ ਨਹੀਂ। ਤੇ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਜਿੱਦਣ ਤੋਂ ਅਸੀਂ ਆਏ ਹਾਂ, ਸਾਡੇ ਆਉਣ ਤੋਂ ਵੀ 2 ਮਹੀਨੇ ਪਹਿਲਾਂ ਘਰ-ਬਾਰ ਛੱਡ ਕੇ ਇੱਥੇ ਡੇਰੇ ਲਾ ਲਏ ਇਸ ਪੰਜਾਬੀ ਕਾਨਫਰੰਸ ਦੇ ਲਈ। ਸੋ ਤੁਹਾਡਾ ਮਾਂ ਬੋਲੀ ਲਈ ਪਿਆਰ, ਇਸ ਤੋਂ ਵੱਡਾ ਕੀ ਉਦਾਹਰਨ ਹੋ ਸਕਦੀ ਹੈ ਕਿ ਕਿਸੇ ਬੰਦੇ ਨੇ ਆਪਣੇ ਨਾਂ ਦੇ ਮਗਰੀ ਪੰਜਾਬੀ ਲਾ ਲਿਆ ਯਾਰ। ਉਹ ਕਹਿੰਦਾ ਤੁਸੀਂ ਕਰ ਲਓ ਮੇਰਾ ਜਿਹੜਾ ਕੁਝ ਕਰਨਾ, ਮੈਂ ਤਾਂ ਪੰਜਾਬੀ ਹਾਂ ਤੇ ਪੰਜਾਬੀ ਬੋਲੂੰਗਾ, ਪੰਜਾਬੀ ਲਿਖੂੰਗਾ, ਪੰਜਾਬੀ ਗਾਊਂਗਾ ਤੇ ਪੰਜਾਬੀ ਦਾ ਪ੍ਰਚਾਰ ਕਰੂੰਗਾ। ਸੋ ਰਜਾ ਸਾਹਿਬ ਬਹੁਤ ਮੁਹੱਬਤਾਂ। ਅਜੇ ਤਾਂ ਸਾਡੀ ਇੰਡਸਟਰੀ ਚੋਂ ਇੱਕੋ ਸਾਡਾ ਪ੍ਰਧਾਨ ਸਾਡੇ ਨਾਲ ਆਇਆ, ਉਹ ਤੁਹਾਨੂੰ ਪਹਿਲੀ ਵਾਰ ਡਾਕਟਰ ਬਣਾ ਚੱਲਿਆ। ਕਿਤੇ 5-7 ਇਕੱਠੇ ਹੋ ਕੇ ਆ ਜਾਂਦੇ, ਤੁਹਾਨੂੰ ਅਸੀਂ ਵਜ਼ੀਰ ਆਜ਼ਮ ਐਲਾਨ ਕਰਕੇ ਜਾਣਾ ਸੀ। ਵੀ ਅਸੀਂ ਕਹਿੰਦੇ ਸੀ ਸਾਡਾ ਆਪਣਾ ਪੰਜਾਬੀ ਦਾ ਵਜ਼ੀਰ ਆਜ਼ਮ ਹੈ। ਫਿਰ ਅਸੀਂ ਇੰਜ ਕਰਦੇ ਹਾਂ ਕਿ ਬਾਕੀ ਸਿਆਸਤਾਂ ਨੂੰ ਛੱਡ ਕੇ ਤੇ ਤੁਹਾਨੂੰ ਬੁਲਾਉਣ ਤੇ ਸੋਚਦੇ ਸਰ ਅਸੀਂ ਕਹਿਣਾ ਵੀ ਅਸੀਂ ਸਾਡਾ ਆਪਣਾ ਪੰਜਾਬੀ ਦਾ ਵਜ਼ੀਰ ਆਜ਼ਮ ਸਾਡੇ ਕੋਲ ਲਾਹੌਰ 'ਚ ਬੈਠਾ ਹੈ। ਅਸੀਂ ਇਹ ਕਹਿੰਦੇ ਸਾਨੂੰ ਹੋਣਾ ਵੀ ਇਹ ਚਾਹੀਦਾ ਸੀ, ਸਾਡੇ ਆਪਣੇ ਪੰਜਾਬੀ ਦੇ ਅੰਦਰ ਸਾਰਾ ਕੁਝ ਹੈ ਜੀ, ਸਾਡੇ ਆਪਣਾ ਵੀ ਹੋਣਾ ਚਾਹੀਦਾ ਸੀ। ਮਿਹਰਬਾਨੀ। ਸੋ ਜੀ ਤੁਹਾਡੇ ਆਉਣ ਦਾ ਕਰਕੇ ਸਾਰਾ ਕੁਝ ਹੈ, ਇਹ ਸਾਰੇ ਜਿਤਨੇ ਅਰੇਂਜਮੈਂਟਸ ਹਨ। ਜੋ ਇੱਕ ਆਹ ਗੱਲ ਕਹਿਣਾ ਸਾਹਿਬ ਬੜੀ ਕਮਾਲ ਦੀ ਹੈ, ਬੰਦੇ ਦੀਆਂ ਮੈਂ ਨਾ ਉਸ ਦਿਨ ਦੇ ਕੋਈ ਜੇ 2 ਲਫ਼ਜ਼ ਬੋਲਦੀ ਹੈ ਤਾਂ 5 ਲਫ਼ਜ਼ ਕਹਿੰਦਾ ਤੁਹਾਡੇ ਕਰਕੇ ਹੀ ਇਹ ਸਾਰਾ ਕੁਝ ਹੈ। ਸਾਡੇ ਕਰਕੇ ਨਹੀਂ, ਇਹ ਸਬਬ ਤੁਸੀਂ ਬਣਾਇਆ ਤਾਂ ਅਸੀਂ ਪਹੁੰਚੇ ਹਾਂ। ਇਹ ਸਬਬ ਹੀ ਨਾ ਬਣਦਾ, ਮੌਕਾ ਮਿਲ ਹੀ ਨਾ ਬਣਦਾ ਸੀ ਕਿ ਪਹੁੰਚ। ਬਸ ਮੈਂ ਇਹੀ ਕਹਾਂਗਾ ਕਿ ਜਿਨ੍ਹਾਂ ਲਈ ਕਰਦਾ ਹੈ ਉਹ ਹੋਣ ਤੇ ਫਿਰ ਬੰਦਾ ਕਰ ਪਾਉਂਦਾ ਹੈ। ਉਹ ਰਸਤਾ ਲੱਭੇ ਤੇ ਕੋਈ ਚਿਹਰੇ ਨਜ਼ਰ ਆਉਣ ਤੇ, ਜੇ ਕੁਛ ਅੱਗੇ ਕੰਧ ਹੋਵੇ ਤਾਂ ਫਿਰ ਬੰਦਾ ਕੀ ਕਰੇਗਾ, ਟੱਕਰਾਂ ਮਾਰਨ ਦੇ। ਸੋ ਲਹਿੰਦੇ ਪੰਜਾਬ ਵਾਲੇ ਉਹ ਕੰਧ ਨਾ ਬਣੋ, ਤੁਸੀਂ ਵੀ ਉਹ ਇਨਸਾਨ ਬਣੋ, ਬੋਲਦੇ ਇਨਸਾਨ। ਪੰਜਾਬੀ ਦੀ ਖਾਤਰ ਬੋਲੋ, ਪੰਜਾਬ ਦੀ ਖਾਤਰ ਬੋਲੋ। ਔਰ ਜਦੋਂ ਤੁਸੀਂ ਇਹਦੀ ਖਾਤਰ ਬੋਲੋਗੇ ਤੇ ਬੁਨਿਆਦੀ ਤੌਰ ਤੇ ਆਪਣੇ ਆਪ ਲਈ ਬੋਲ ਰਹੇ ਹੋ। ਇਧਰੋਂ ਆਓ ਸਾਹਿਬ। ਜਿਹੜਾ ਸਾਹਿਬ 47 ਤੋਂ ਬਾਅਦ 2024 ਚ ਖੜੇ ਆ। ਬੰਦਾ ਜਦੋਂ ਆਪਣੇ ਪਰਿਵਾਰ 5-7 ਜਣਿਆਂ ਦੇ ਪਰਿਵਾਰ ਚੋਂ ਕਿਤੇ ਬਾਹਰ ਜਾਂਦਾ, ਮਹੀਨੇ ਬਾਅਦ ਮੁੜਦਾ, ਓਪਰਾ ਨਹੀਂ ਲੱਗਦਾ। 47 ਤੋਂ ਬਾਅਦ ਆ ਕੇ ਐਂ ਲੱਗ ਰਿਹਾ ਕੋਈ ਓਪਰਾ ਹੀ ਨਹੀਂ, ਜਿਵੇਂ ਆਪਣਿਆਂ 'ਚ ਮੁੜੇ ਹੁੰਦੇ, ਆਪਣੇ ਪਰਿਵਾਰ 'ਚ ਮੁੜੇ ਹੁੰਦੇ, ਆਪਣੇ ਘਰ 'ਚ ਮੁੜੇ ਹੁੰਦੇ। ਪਰ ਸਾਹਿਬ ਉਹਨੂੰ ਇੱਥੇ ਨੂੰ ਪਾਈ ਐਕਸ਼ਨ। ਪਰ ਸਾਹਿਬ ਆਜੋ ਜੀ ਭਾਈ ਬੋਲਿਓ 1 ਮਿੰਟ ਲਈ ਬਸ।